ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਸ਼ਬਦ ਦੇਵ ਗੰਧਾਰੀ ਜੋ ਕਿ ਆਸਾ ਅੰਗ ਵਿੱਚ ਇਹ ਰੀਤ ਹੈ, ਉਹ ਪੜ੍ਹਨ ਦਾ ਯਤਨ ਕਰਾਂਗੇ। ਸਤਿਗੁਰਾਂ ਦਾ ਬਖਸ਼ਿਆ ਫੁਰਨਾ ਦੂਜਾ ਸ਼ਬਦ ਬਸੰਤ ਹਿੰਡੋਲ ਵਿੱਚ ਪੜ੍ਹਾਂਗੇ ਤੇ ਸੰਤ ਦੀਆਂ ਜੋ ਪੁਰਾਤਨ ਪੌੜੀ ਹੈ ਉਹ ਲਗਾ ਕੇ ਸਮਾਪਤੀ ਕਰਾਂਗੇ। ਇਸ ਤਰ੍ਹਾਂ ਦਾ ਸਤਿਗੁਰੂ ਨੇ ਫੁਰਨਾ ਬਖਸ਼ਿਆ। 40 ਮਿੰਟਾਂ ਦੇ ਟਾਈਮ ਦੇ ਵਿੱਚ ਹੀ ਆਪਾਂ ਇਹ ਸਭ ਕੁਝ ਪੜ੍ਹਨ ਦਾ ਯਤਨ ਕਰਾਂਗੇ ਜੀ। ਰਾਗ ਦੇਵ ਗੰਧਾਰੀ ਮਹੱਲਾ ਨੌਵਾਂ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸਭ ਕਿਛ ਜੀਵਤ ਕਉ ਵਿਵਹਾਰ, ਸਭ ਕਿਛ ਜੀਵਤ ਕਉ ਵਿਵਹਾਰ। ਮਾਤ ਪਿਤਾ ਭਾਈ ਸੁਤ ਬੰਧਕ, ਅਰ ਭੁਨ ਗ੍ਰਹਿ ਕੀ ਨਾਰ। ਜੀਵਤ ਕਉ ਵਿਵਹਾਰ,
होत जब न्यारे तेर पेत पुकार। तन ते प्राण होत जब न्यारे तीरथ प्रेत पुकार। आद घरी को नहीं राखे आद घरी आद घरी को नहीं राखे करते देत निकार। करते देत निकार। करते देत निकार। सब केश सब केश सब केश सब केश जीवत को व्यवहार। जीवत को व्यवहार। मृग तृष्णा जग रचना यह मृग तृष्णा। मृग तृष्णा जो जग रचना यह देखो हृदय विचार। मृग तृष्णा जो जग रचना यह देखो हृदय विचार। कहो नानक भज राम नाम नित। कहो नानक कहो नानक भज राम नाम नित। जाते होत उधार। जाते होत उधार। जाते होत उधार। सब केश
ਰਾਗੀ ਬਸੰਤ ਮਹੱਲਾ ਨੌਵਾਂ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਮਾਈ ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਤਾਵਨ ਤੇ ਛੁਟਿਓ। ਕਰ ਬੈਠੋ ਕਰ ਬੈਠੋ ਕਰ ਬੈਠੋ ਬਿਸਰਾਮ, ਕਰ ਬੈਠੋ ਬਿਸਰਾਮ। ਮਾਈ ਮੈਂ ਧਨ ਪਾਇਓ, ਮਾਈ ਮੈਂ ਧਨ ਧਨ ਪਾਇਓ, ਮਾਈ ਮੈਂ ਧਨ। ਮੈਂ ਧਨ ਪਾਇਓ, ਮਾਈ ਮੈਂ ਧਨ ਪਾਇਓ, ਧਨ ਪਾਇਓ ਹਰ ਨਾਮ। ਮਾਈ ਮੈਂ ਧਨ ਪਾਇਓ, ਮਾਈ ਮੈਂ ਧਨ ਪਾਇਓ, ਮਾਈ ਮੈਂ ਧਨ। ਮੈਂ ਧਨ ਪਾਇਓ, ਮਾਈ ਮੈਂ ਧਨ 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 ਪਾਇਓ, ਧਨ ਪਾਇਓ ਹਰ ਨਾਮ। ਮਾਈ ਮੈਂ ਧਨ ਪਾਇਓ, ਮਾਈ ਮੈਂ ਧਨ। ਮਾਈ ਮੈਂ ਧਨ ਪਾਇਓ ਹਰ ਨਾਮ, ਮਾਈ 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 ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਤਾਵਨ ਤੇ ਛੁਟਿਓ। ਮਨ ਮੇਰੋ ਤਾਵਨ ਤੇ ਛੁਟਿਓ। ਕਰ ਬੈਠੋ ਬਿਸਰਾਮ ਬਿਸਰਾਮ। ਮੈਂ ਧਨ ਪਾਇਓ, ਮਾਈ ਮੈਂ ਧਨ ਪਾਇਓ, ਮਾਈ ਮੈਂ ਧਨ। ਮਾਈ ਮੈਂ ਧਨ ਪਾਇਓ, ਮੈਂ ਧਨ ਪਾਇਓ ਹਰ ਨਾਮ, ਹਰ ਨਾਮ ਹਰ ਨਾਮ ਹਰ ਨਾਮ। ਮਾਈ ਮੈਂ ਧਨ ਮੈਂ ਧਨ ਪਾਇਓ, ਮਾਈ ਮੈਂ ਧਨ ਪਾਇਓ, ਮਾਈ ਮੈਂ ਧਨ। ਜਿਹ ਮਾਰਗ ਕੇ ਗਨੇ ਜਾਏ ਨਾ ਕੋਸਾ, ਧਨ ਪਾਇਓ ਹਰ ਨਾਮ। ਜਿਹ ਮਾਰਗ ਕੇ गने जाए न कोसा, हर का नाम ऊहा संग तोसा। जै पैंडे महा अंध गुबारा, हर का नाम संग उजियारा। जहाँ पंथ तेरा हो न सियानो, हर का नाम ते नाल पछानो। जय महामयान महापयान
के नाम की तुम ऊपर छाम छाम जी माई मैं तन पायो माई मैं तन पायो माई मैं तन पायो तन पायो हर नाम माई मैं तन पायो माई मैं तन माई खाट आयो घर पूता माई माई खाट आयो घर पूता हर तन चलते हर तन बैसे हर तन जागत सूता तन पायो 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 हर नाम माई मैं तन पायो माई मैं तन पायो माई मैं तन पायो तन पायो हर नाम माई मैं तन पायो माई मैं तन मन मेरो तावन ते छूटे मन मेरो मन मेरो तावन ते छूटे कर बैठो विश्राम कर बैठो विश्राम
जन्म जन्म का संसार चूका, जन्म जन्म का जन्म जन्म का संसार चूका, रत्न नाम जब पाया, रत्न नाम जब पाया, तृष्णा सकल विनाशी मन ते, तृष्णा सकल तृष्णा सकल विनाशी मन ते, निज सोख माय समाया, निज सोख माय समाया, समाया माई मैं धन पायो, माई मैं धन धन पायो, माई मैं धन पायो, धन पायो, हर नाम माई मैं धन पायो, माई मैं धन। जाको हो दयाल कृपा निधि, जाको हो जाको होत दयाल कृपा निधि, सो गोविंद गुण गावे, गोविंद गुण गावे, जाको होती दयाल कृपा निधि, सेहो गोविंद गुण गावे, कहो नानक ये विद की संपै, कहो नानक कहो नानक ये विद की संपै, को गुरमुख पावे, ओ गुरमुख पावे, गुरमुख पावे, माई मैं धन पायो, माई मैं धन पायो, माई मैं
ਸੈਲੀਬ੍ਰੇਸ਼ਨ ਹੈ, ਇੱਕ ਖੁਸ਼ੀ ਦਾ ਸੰਦੇਸ਼ ਹੈ ਜੋ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਮਾਂ ਨੂੰ ਦਿੰਦੇ ਨੇ। ਉਹ ਮੇਰੀ ਮਾਂ, ਅੱਜ ਮੈਨੂੰ ਐਸਾ ਧਨ ਮਿਲ ਗਿਆ, ਹਰੀ ਨਾਮ ਦਾ ਧਨ, ਹਰੀ ਨਾਮ ਵਾਲਾ ਧਨ ਅੱਜ ਮੈਨੂੰ ਪ੍ਰਾਪਤ ਹੋ ਗਿਆ, ਮੈਂ ਪਾ ਲਿਆ। ਇਹੋ ਜਿਹਾ ਕੁਝ ਸੰਦੇਸ਼ਾ ਗੁਰੂ ਅਰਜਨ ਦੇਵ ਮਹਾਰਾਜ ਵੀ ਦਿੰਦੇ ਨੇ ਮਾਂ ਨੂੰ। ਮਾਈ ਖਾਟ ਆਇਓ ਘਰ ਭੂਤਾ, ਮਾਤਾ ਅੱਜ ਤੇਰਾ ਪੁੱਤਰ ਕੁਝ ਖੱਟ ਕੇ ਆਏ, ਕੁਝ ਪ੍ਰੋਫਿਟ ਗੇਨ ਕਰਕੇ ਆਏ। ਤੇ ਕੀ ਖੱਟ ਕੇ ਆਇਆ ਪੁੱਤਰ? ਹਰ ਧਨ ਬੈਸੇ ਹਰ ਧਨ ਚਲਤੇ, ਹਰ ਧਨ ਬੈਸੇ ਹਰ ਧਨ ਜਾਗਤ ਸੁਤਾ। ਮਾਂ, ਇਹ ਐਸਾ ਧਨ ਹੈ, ਚਲਦਿਆਂ ਫਿਰਦਿਆਂ ਵੀ ਇਹ ਮੇਰੇ ਨਾਲ ਹੈ, ਇਹ ਬੈਠਦਿਆਂ ਵੀ ਮੇਰੇ ਨਾਲ ਹੈ, ਇਹ ਸੁੱਤਿਆਂ ਪਿਆਂ ਵੀ ਮੇਰੇ ਨਾਲ ਹੈ, ਜਾਗਦਿਆਂ ਵੀ ਮੇਰੇ ਨਾਲ ਹੈ, ਇਹ ਕਦੇ ਛੱਡਦਾ ਨਹੀਂ। ਤੇ ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਇਸ ਹਰੀ ਧਨ ਦੀ ਗੱਲ ਕਰਦੇ ਨੇ ਕਿ ਮਾਂ ਮੈਂ ਪਾ ਲਿਆ, ਮੈਂ ਪ੍ਰਾਪਤ ਕਰ ਲਿਆ। ਮਾਈ ਮੈਂ ਧਨ ਪਾਇਓ ਹਰ ਨਾਮ। ਹੁਣ ਮੇਰੇ ਵਰਗੇ, ਸਾਡੇ ਵਰਗੇ ਸਧਾਰਨ ਬੰਦੇ, ਸਾਨੂੰ ਕੀ ਪਤਾ ਵੀ ਹਰ ਨਾਮ ਦੇ ਧਨ ਦੇ ਨਾਲ ਕੀ ਕੀ ਖਰੀਦਿਆ ਜਾ ਸਕਦਾ ਹੈ? ਸਾਨੂੰ ਕੀ ਪਤਾ ਹੈ? ਸਾਨੂੰ ਇਹ ਪਤਾ ਵੀ ਇੰਨਾ ਕੁ ਬੈਂਕ ਬੈਲੈਂਸ ਹੋਵੇ ਤੇ ਆਹ ਚੀਜ਼ਾਂ ਖਰੀਦੀਆਂ ਜਾ ਸਕਦੀਆਂ, ਇੰਨੇ ਕੁ ਪੈਸੇ ਜੇਬ 'ਚ ਹੋਣ ਤੇ ਆਹ ਫਲਾਣੀਆਂ ਫਲਾਣੀਆਂ ਚੀਜ਼ਾਂ ਮੈਂ ਖਰੀਦ ਸਕਦਾ, ਦੁਕਾਨ ਤੇ ਜਾ ਕੇ ਭਾਅ ਪੁੱਛ ਸਕਣ ਜੋਗਾ ਹੋ ਜਾਣਾ। ਪਰ ਮਹਾਰਾਜ ਇਹ ਹਰੀ ਨਾਮ ਦਾ ਧਨ ਹੈ, ਇਹਦੇ ਨਾਲ ਕੀ ਕੀ ਪ੍ਰਾਪਤ ਹੁੰਦਾ ਹੈ, ਜੇ ਇਹਦੇ ਨਾਲ ਕੀ ਖਰੀਦਿਆ ਜਾ ਸਕਦਾ? ਤੇ ਸਾਰੇ ਹੀ ਸ਼ਬਦ ਵਿੱਚ ਮਹਾਰਾਜ ਇਹਦੇ ਬੈਨੀਫਿਟ ਦੱਸਦੇ ਨੇ ਵੀ ਇਹ ਹਰੀ ਨਾਮ ਦਾ ਧਨ ਮਿਲਿਆ ਮੈਨੂੰ ਮਾਂ, ਤੇ ਇਹਦੇ ਨਾਲ ਹੋਰ ਕੀ ਕੁਝ ਪ੍ਰਾਪਤ ਹੋ ਗਿਆ ਕਿ ਮਨ ਮੇਰੋ ਧਾਵਨ ਤੇ ਛੂਟਿਓ। ਜਿਹੜਾ ਮਨ ਭਟਕਦਾ ਸੀ, ਮਨ ਭੱਜਦਾ ਸੀ, ਮਨ ਧੌਂਦਾ ਸੀ, ਇਹ ਹੁਣ ਹਟ ਗਿਆ। ਸੱਚ ਜਾਣਿਓ, ਜੇ ਮਨ ਟਿਕ ਜਾਵੇ ਨਾ, ਸਮਝ ਲਓ ਕਿ ਬਹੁਤ ਹੀ ਵੱਡੀ ਪ੍ਰਾਪਤੀ ਹੋ ਗਈ, ਬਹੁਤ ਵੱਡੀ ਪ੍ਰਾਪਤੀ। ਇਹ ਮਨ ਐਸਾ ਭਾਂਬਰ ਹੈ, ਜਿੰਨਾ ਇਹਨੂੰ ਟਿਕਾਉਨੇ ਆ ਇਹ ਓਨਾ ਹੀ ਚੰਚਲ ਹੋ ਜਾਂਦਾ, ਜਿੰਨਾ ਇਹਨੂੰ ਘੁੱਟ ਕੇ ਫੜਦੇ ਓਨਾ ਹੀ ਤਿਲਕਵਾ ਹੋ ਜਾਂਦਾ, ਓਨਾ ਹੀ ਬੁੜਕ ਬੁੜਕ ਪੈਂਦਾ। ਜਿੰਨਾ ਇਹਨੂੰ ਇੱਕ ਥਾਂ ਤੇ ਲਿਜਾਣਾ ਚਾਹਨੇ, ਐਗਜ਼ੈਕਟਲੀ ਆਪੋਜ਼ਿਟ ਪਾਸੇ ਚਲਾ ਜਾਂਦਾ। ਇਹ ਮਨ ਦਾ ਸੁਭਾਅ ਹੈ। ਭਾਈ ਗੁਰਦਾਸ ਵਰਗੇ ਗੁਰਮੁਖ ਪਿਆਰੇ ਸਿੱਖ ਨੂੰ ਵੀ ਕਹਿਣਾ ਪੈ ਗਿਆ ਕਿ ਮਨ ਮੈਂ ਬਸੋ ਮਲ ਮਾਇਆ ਕੀਜੈ ਮਹਾਰਾਜ। ਮਹਾਰਾਜ ਮੇਰੇ ਤੇ ਐਸੀ ਮਿਹਰ ਕਰੋ ਕਿ ਮੇਰੇ ਮਨ ਨੂੰ ਨਾ ਤੁਸੀਂ ਕਬਜ਼ਾ ਕਰਕੇ ਬਹਿ ਜਾਓ, ਇਹਨੂੰ ਮਲ ਕੇ ਬਹਿ ਜਾਓ। ਮਨ ਮੈਂ ਬਸੋ ਮਲ, ਇਹਦੇ ਤੇ ਕਬਜ਼ਾ ਕਰ ਲਓ, ਮੇਰੇ ਤੋਂ ਤਾਂ ਟਿਕਦਾ ਕੋਈ ਨਹੀਂ, ਇਹ ਮੇਰੇ ਤੇ ਕਹਿਣੇ 'ਚ ਹੈ ਨਹੀਂ। ਮਹਾਰਾਜ ਤੁਸੀਂ ਹੀ ਆ ਕੇ ਇਹਨੂੰ ਮਲ ਕੇ ਬਹਿ ਜਾਓ, ਐਸੀ ਮਿਹਰ ਮੇਰੇ ਤੇ ਕਰ ਦਿਓ ਮਹਾਰਾਜ। ਤੇ ਫਿਰ ਕੀ ਧਾਵਤ ਬਰਜ ਉਨਮਨ ਲਿਵ ਲਾਈਏ, ਇਹ ਧੌਣੋਂ ਵਰਜਿਆ ਜਾਵੇ ਤੇ ਉਨਮਨ ਅਵਸਥਾ ਕਿਤੇ ਮੈਨੂੰ ਪ੍ਰਾਪਤ ਹੋ ਜਾਏ। ਵੱਡੀ ਉਪਲਬਧੀ ਹੈ ਜੇ ਮਨ ਟਿਕ ਜਾਵੇ, ਮਨ ਭਟਕਣੋਂ ਹਟ ਜਾਵੇ। ਤੇ ਮਹਾਰਾਜ ਕਹਿੰਦੇ ਨੇ ਹਰੀ ਨਾਮ ਦੀ ਪ੍ਰਾਪਤੀ ਦੇ ਨਾਲ ਇਹ ਤੇ ਆਪਣੇ ਆਪ ਹੀ ਹੋ ਗਿਆ, ਸੁਤੇ ਸਿੱਧੀ ਹੋ ਗਿਆ। ਮਨ ਮੇਰੋ ਧਾਵਨ ਤੇ ਛੂਟਿਓ ਤੇ ਕਰ ਬੈਠੋ ਵਿਸਰਾਮ। ਇਹ ਹੁਣ ਥਿਰ ਘਰ ਬੈਸੋ ਵਾਲੀ ਅਵਸਥਾ ਹੋ ਗਈ, ਇਹ ਹੁਣ ਥਿਰ ਹੋ ਕੇ ਬੈਠ ਗਿਆ, ਵਿਸ਼ਰਾਮ ਦੀ ਅਵਸਥਾ 'ਚ ਪਹੁੰਚ ਗਿਆ, ਮਨ ਟਿਕ ਗਿਆ। ਜੇ ਸੋਚੀਏ ਮਨ ਨੂੰ ਭਜਾਉਂਦੇ ਕੌਣ ਨੇ? ਇਹ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਮਨ ਨੂੰ ਅੱਗੇ ਭਜਾਈ ਫਿਰਦੀਆਂ ਨੇ? ਇਹ ਸਾਡੀਆਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੀ ਨੇ ਨਾ, ਜਿਹੜੇ ਮਨ ਨੂੰ ਭਜਾਈ ਫਿਰਦੇ ਨੇ। ਤੇ ਜੇ ਮਨ ਟਿਕ ਗਿਆ ਤੇ ਇਹਨਾਂ ਦਾ ਅਸਰ ਵੀ ਖਤਮ ਹੋ ਗਿਆ, ਇਹਨਾਂ ਦਾ ਅਸਰ ਮੁੱਕ ਗਿਆ। ਪੂਰੇ ਸ਼ਬਦ ਦੀ ਵਿਚਾਰ ਤਾਂ ਆਪਾਂ ਨਾ ਕਰਾਂਗੇ। ਸਾਰੇ ਗੁਣੀ ਜਨ ਬੈਠੇ ਹੋ, ਸਾਰੇ ਵਿਦਵਾਨ ਜਨ ਬੈਠੇ ਹੋ, ਮਹਾਂਪੁਰਖ ਸੰਗਤ ਵਿੱਚ ਬਿਰਾਜਮਾਨ ਹਨ। ਪਰ ਆਖਰੀ ਤੁਕ ਜੋ ਸਤਿਗੁਰੂ ਫਰਮਾਉਂਦੇ ਨੇ ਨਾ, ਉਹ ਇਸ ਅਸਥਾਨ ਤੇ ਇਸ ਸੰਸਥਾ ਦੇ ਨਾਲ ਮੈਂ ਕਹਿੰਦਾ ਕਿ ਬਿਲਕੁਲ ਢੁਕਦੀ ਹੈ। ਕਿ ਮਹਾਰਾਜ ਕਹਿੰਦੇ ਨੇ ਜਾਂ ਕੋ ਹੋਤ ਦਇਆਲ ਕਿਰਪਾ ਨਿਧ ਸੋ ਗੋਬਿੰਦ ਗੁਣ ਗਾਵੇ। ਇਹ ਜਿਹੜਾ ਤੁਸੀਂ ਸਾਜ਼ ਵਜਾਉਂਦੇ ਹੋ, ਤੁਸੀਂ ਕੀਰਤਨ ਕਰਦੇ ਹੋ, ਇਹ ਨਾ ਸੋਚਿਓ ਕਿ ਇਹ ਅਸੀਂ ਐਵੇਂ ਕਰੀ ਜਾਂਦੇ ਆ ਜਾਂ ਇਹ ਅਸੀਂ ਕਰਦੇ ਪਏ ਆ। ਮਹਾਰਾਜ ਕਹਿੰਦੇ ਨਹੀਂ,
ਇਹ ਤੇ ਵਾਹਿਗੁਰੂ ਦੀ ਦਇਆ ਪਹਿਲਾਂ ਹੁੰਦੀ ਜੇ, ਫੇਰ ਬੰਦਾ ਜਾ ਕੇ ਕੀਰਤਨ ਕਰਨਾ ਸ਼ੁਰੂ ਕਰਦਾ। ਬੱਚਿਆਂ ਪਾਸੋਂ ਕੀਰਤਨ ਸੁਣਿਆ, ਅਕੈਡਮੀ ਦੇ ਬੱਚਿਆਂ ਪਾਸੋਂ। ਇਹ ਨਾ ਸੋਚਿਓ ਕਿ ਕੀਰਤਨ ਕਰਾਂਗੇ ਤੇ ਫੇਰ ਬਖਸ਼ਿਸ਼ ਹੋਏਗੀ, ਫੇਰ ਕਿਰਪਾ ਹੋਏਗੀ, ਫੇਰ ਦਇਆ ਹੋਏਗੀ। ਨਹੀਂ, ਇਹ ਦਇਆ ਤੇ ਪਹਿਲਾਂ ਹੁੰਦੀ ਜੇ, ਇਹ ਬਖਸ਼ਿਸ਼ ਪਹਿਲਾਂ ਹੁੰਦੀ ਜੇ, ਪਰਮੇਸ਼ਰ ਦੀ ਖੁਸ਼ੀ ਪਹਿਲਾਂ ਪ੍ਰਾਪਤ ਹੁੰਦੀ ਹੈ, ਤਾਂ ਕੀਰਤਨ ਕਰ ਹੁੰਦਾ ਜੇ। ਤੇ ਇਸ ਸੋਚ ਨੂੰ ਸੰਭਾਲਿਆ, ਇਸ ਗੱਲ ਨੂੰ ਸੰਭਾਲਿਆ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਸੁੱਚਾ ਸਿੰਘ ਜੀ ਨੇ। ਗਾ ਕੇ ਹੀ ਪਰਮੇਸ਼ਰ ਪ੍ਰਾਪਤ ਹੋਣਾ ਹੈ, ਇਹ ਗੁਰੂ ਨਾਨਕ ਦਾ ਰਸਤਾ ਹੈ। ਤੇ ਵਾਕਈ ਸਮਾਂ ਉਸ ਵਕਤ ਵੀ ਭਿਆਨਕ ਸੀ ਤੇ ਅੱਜ ਹੋਰ ਵੀ ਭਿਆਨਕ ਜੇ ਕੀਰਤਨ ਦੇ ਪਰਸਪੈਕਟਿਵ ਨਾਲ ਦੇਖਿਆ ਜਾਵੇ। ਇੱਕ ਟਾਈਮ ਸੀ ਜਦੋਂ ਸਿੱਖ ਦੀ ਜਾਨ ਨੂੰ ਖਤਰਾ ਸੀ, ਸਿੱਖ ਦੀ ਹੋਂਦ ਨੂੰ ਖਤਰਾ ਸੀ। ਕੋਈ ਇਸ਼ਾਰਾ ਕਰ ਦਿੰਦਾ ਸੀ ਵੀ ਸਿੱਖ ਪਰਲੇ ਪਾਸੇ ਮੈਂ ਜਾਂਦੇ ਦੇਖਿਆ ਤਾਂ ਉਹਨੂੰ ਇਨਾਮ ਮਿਲਦਾ ਸੀ। ਕੋਈ ਸਿੱਖ ਦਾ ਸਿਰ ਵੱਢ ਕੇ ਲੈ ਆਉਂਦਾ ਸੀ ਤੇ ਉਹਨੂੰ ਜਗੀਰਾਂ ਲੱਗ ਜਾਂਦੀਆਂ ਸਨ। ਐਸਾ ਭਿਆਨਕ ਸਮਾਂ ਵੀ ਸਾਡੀ ਕੌਮ ਤੇ ਆਇਆ। ਤੇ ਮੈਂ ਕਹਿੰਦਾ ਅੱਜ ਵੀ ਬੜਾ ਭਿਆਨਕ ਸਮਾਂ। ਇਹ ਤੁਸੀਂ ਸੋਚੋਗੇ ਵੀ ਅੱਜ ਕਿਹੜਾ ਖਤਰਾ ਸਿੱਖ ਨੂੰ? ਨਹੀਂ, ਅੱਜ ਸਿੱਖ ਨੂੰ ਖਤਰਾ ਨਹੀਂ, ਅੱਜ ਸਿੱਖੀ ਸਿਧਾਂਤ ਨੂੰ ਖਤਰਾ ਹੈ। ਅੱਜ ਜਿਹੜੇ ਮਸਲੇ ਖੜੇ ਹੋਏ ਨੇ, ਅੱਗੇ ਕਦੇ ਨਹੀਂ ਸਨ ਹੋਏ। ਰਾਗਮਾਲਾ ਦਾ ਮਸਲਾ, ਦਸਮ ਗ੍ਰੰਥ ਦਾ ਮਸਲਾ, ਕਿਤਿਓਂ ਵੀ ਉਹਨਾਂ ਨੂੰ ਤਰੇੜ ਮਿਲਦੀ ਹੈ ਤੇ ਵਿੱਚ ਜਾ ਕੇ ਉਹ ਕੁਝ ਨਾ ਕੁਝ ਫਸਾ ਦਿੰਦਾ, ਕੁਝ ਨਾ ਕੁਝ ਐਸੀ ਸ਼ਰਾਰਤ ਕਰ ਹੀ ਦਿੰਦੇ ਨੇ। ਅੱਜ ਸਿੱਖ ਨੂੰ ਖਤਰਾ ਨਹੀਂ, ਅੱਜ ਸਿੱਖੀ ਨੂੰ ਖਤਰਾ ਜੇ। ਤੇ ਕੀਰਤਨ ਦੇ ਪੱਖੋਂ ਜੇ ਗੱਲ ਕਰੀਏ, ਇਤਨੀ ਭਿਆਨਕ ਹਨੇਰੀ ਹੈ, ਫਿਲਮੀ ਟਿਊਨਾਂ ਦੀ ਹਨੇਰੀ, ਹੋਰ ਗਜ਼ਲਾਂ ਦੀ, ਕਵਾਲੀਆਂ ਦੀ ਹਨੇਰੀ, ਜੋ ਸਿੱਖੀ ਕੀਰਤਨ ਦੇ ਵਿੱਚ ਆ ਗਈ ਹੈ। ਬਹੁਤ ਹੀ ਘੱਟ ਨੇ ਐਸੇ ਲੋਕ, ਐਸੀਆਂ ਸੰਸਥਾਵਾਂ ਜਿਹੜੀਆਂ ਆਪਣਾ ਜਗਦਾ ਹੋਇਆ ਦੀਵਾ, ਗੁਰਮਤਿ ਸੰਗੀਤ ਦਾ ਦੀਵਾ ਬਚਾ ਕੇ ਬੈਠੀਆਂ ਨੇ। ਉਹਨਾਂ ਵਿੱਚੋਂ ਇੱਕ ਸੰਸਥਾ ਆ ਵੀ ਹੈ। ਇਸ ਭਿਆਨਕ ਹਨੇਰੀ ਦੀ ਨੂੰ ਅਹਿਸਾਸ ਕਰਦੇ ਹੋਏ ਬਾਬਾ ਸੁੱਚਾ ਸਿੰਘ ਜੀ ਨੇ ਇਹ ਮੁਹਿੰਮ ਸ਼ੁਰੂ ਕੀਤੀ। ਇਹ ਕੀਰਤਨ ਸਮਾਗਮ ਸ਼ੁਰੂ ਕੀਤੇ, ਬੱਚਿਆਂ ਨੂੰ ਗੁਰਮਤਿ ਕੀਰਤਨ ਦੀ ਸਿਖਲਾਈ ਸ਼ੁਰੂ ਕੀਤੀ। ਉਹ ਜਾਣਦੇ ਸਨ ਕਿ ਅੱਗੇ ਸਮਾਂ ਕਿਹੋ ਜਿਹਾ ਆਉਣਾ, ਤੇ ਜੇ ਅੱਜ ਨਾ ਜਾਗੇ ਤੇ ਫਿਰ ਪਤਾ ਨਹੀਂ ਜਾਗ ਵੀ ਹੋਣਾ ਕਿ ਨਹੀਂ ਹੋਣਾ। ਜੇ ਅੱਜ ਨਾ ਸੰਭਾਲਿਆ ਗੁਰੂ ਦੇ ਕੀਰਤਨ ਨੂੰ ਤੇ ਫਿਰ ਪਤਾ ਨਹੀਂ ਸੰਭਾਲ ਹੋਣਾ ਕਿ ਨਹੀਂ ਹੋਣਾ। ਐਸੀ ਸੋਚ ਸੀ ਬਾਬਾ ਜੀ ਦੀ। ਤੇ ਅੱਜ ਉਸੇ ਸੋਚ ਨੂੰ ਅੱਗੇ ਹੋਰ ਵਧਾਉਂਦੇ ਹੋਏ ਮਹਾਂਪੁਰਖ ਸੰਤ ਬਾਬਾ ਅਮੀਰ ਸਿੰਘ ਜੀ ਵੀ ਉਹਨਾਂ ਦੇ ਹੀ ਪੂਰਨਿਆਂ ਤੇ ਚੱਲਦੇ ਨੇ, ਉਹਨਾਂ ਦੀ ਸੋਚ ਨੂੰ ਗਾਂਹ ਤੋਰਦੇ। ਭਿਆਨਕ ਸਮਾਂ ਹੈ, ਲੋੜ ਹੈ ਜਾਗਣ ਦੀ, ਲੋੜ ਹੈ ਸੁਚੇਤ ਹੋਣ ਦੀ। ਸਾਡੀਆਂ ਕਦਰਾਂ ਕੀਮਤਾਂ ਜੋ ਮਹਾਰਾਜ ਦੀਆਂ ਬਖਸ਼ੀਆਂ ਹੋਈਆਂ ਨੇ, ਜਿਹਦੇ 'ਚ ਕਿ ਗਤਕਾ ਵੀ ਹੈ, ਸ਼ਸਤਰ ਵਿਦਿਆ ਵੀ ਹੈ, ਜਿਹਦੇ 'ਚ ਕਾਵ ਕਲਾ ਵੀ ਹੈ, ਕਵਿਤਾ ਦੀ ਕਲਾ ਵੀ ਹੈ, ਉਹਦੇ ਵਿੱਚ ਕੀਰਤਨ ਦੀ ਜੋ ਸ਼ੈਲੀ ਸਤਿਗੁਰੂ ਨੇ ਬਖਸ਼ੀ ਹੈ, ਨਿਰਧਾਰਿਤ ਰਾਗਾਂ ਦੇ ਵਿੱਚ ਕੀਰਤਨ ਕਰਨ ਦੀ, ਉਸ ਨੂੰ ਵੀ ਸੰਭਾਲਣ ਦੀ ਲੋੜ ਹੈ। ਉਮੀਦ ਹੈ ਇਹਨਾਂ ਉਪਰਾਲਿਆਂ ਦੇ ਨਾਲ ਸਾਡੀਆਂ ਵੱਡੀਆਂ ਸੰਸਥਾਵਾਂ ਤੇ ਓਵਰਆਲ ਸੰਗਤ ਜਿਹੜੀ ਹੈ ਉਹਨੂੰ ਇਹ ਮੈਸੇਜ ਤਾਂ ਜ਼ਰੂਰ ਮਿਲਣਾ ਚਾਹੀਦਾ ਵੀ ਜਿਸ ਟਿਊਨ ਦੇ ਉੱਤੇ ਕੋਈ ਅਸ਼ਲੀਲ ਗਾਣਾ ਗਾਇਆ ਜਾ ਚੁੱਕਾ ਹੈ, ਉਸ ਟਿਊਨ ਦੇ ਉੱਤੇ ਕਿਵੇਂ ਕੋਈ ਮਜਾਲ, ਕਿਵੇਂ ਕੋਈ ਹਿੰਮਤ ਕਰ ਸਕਦਾ ਹੈ ਕਿ ਗੁਰਬਾਣੀ ਲਗਾ ਕੇ ਗਾ ਸਕੇ। ਹਿੰਮਤ ਕਿਵੇਂ ਹੋ ਸਕਦੀ ਹੈ ਗੁਰੂ ਕੇ ਸਿੱਖ ਦੀ ਕਿ ਜਿਸ ਟਿਊਨ ਦੇ ਉੱਤੇ ਅਸ਼ਲੀਲ ਫਿਲਮੀ ਗਾਣਾ ਗਾਇਆ ਗਿਆ, ਉਸ ਟਿਊਨ ਦੇ ਉੱਤੇ ਗੁਰੂ ਕੀ ਬਾਣੀ, ਵਾਹ ਵਾਹ ਬਾਣੀ ਨਿਰੰਕਾਰ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਖਸਮ ਕੀ ਬਾਣੀ ਨੂੰ ਇੱਕ ਝੂਠੀ ਤੇ ਅਸ਼ਲੀਲ ਧੁਨ ਦੇ ਉੱਤੇ ਲਗਾ ਕੇ ਕੋਈ ਗਾ ਲਵੇ, ਮਜਾਲ ਕਿਵੇਂ ਹੋ ਸਕਦੀ ਹੈ। ਲੋੜ ਹੈ ਸੁਚੇਤ ਹੋਣ ਦੀ। ਇਤਨਾ ਹੀ ਇਹ ਵੱਡਾ ਪਾਪ ਹੈ, ਜਿੰਨਾ ਵੱਡਾ ਪਾਪ ਹੈ ਵੀ ਮੈਲੇ ਕਝੈਲੇ ਗੰਦੇ ਭਾਂਡੇ ਵਿੱਚ ਕੜਾ ਪ੍ਰਸ਼ਾਦ ਵਰਤਾਉਣ ਵਾਲਾ ਜੋ ਪਾਪ ਹੈ ਨਾ, ਇਹ ਏਡਾ ਵੱਡਾ, ਇਹ ਤੋਂ ਵੀ ਵੱਡਾ ਪਾਪ ਹੈ। ਬਾਣੀ ਨੂੰ ਮੈਲੀਆਂ ਤੇ ਝੂਠੀਆਂ ਟਿਊਨਾਂ ਦੇ ਉੱਤੇ ਲਗਾ ਕੇ ਗਾਇਆ ਜਾਵੇ। ਲੋੜ ਹੈ, ਬਾਬਾ ਜੀ ਦੇ ਚਰਨਾਂ 'ਚ ਵੀ ਅਰਦਾਸ ਹੈ ਕਿ ਮਹਾਰਾਜ ਤੁਹਾਡੀਆਂ ਸੁਣਦੇ ਨੇ ਸਾਰੇ, ਥੋੜਾ ਜਿਹਾ ਮੈਸੇਜ ਦਿਆ ਕਰੋ ਵੀ ਇਹ ਅਗਰ ਕਮੇਟੀਆਂ ਵੱਲੋਂ, ਸਾਡੀਆਂ ਵੱਡੀਆਂ ਸੰਸਥਾਵਾਂ ਵੱਲੋਂ ਸੁਨੇਹਾ ਪਹੁੰਚੇਗਾ ਕੀਰਤਨੀਆਂ ਸਿੰਘਾਂ ਕੋਲ ਵੀ
ਫਿਲਮੀ ਟਿਊਨ ਤੇ ਨਹੀਂ ਗਾਣਾ। ਪੁਰਾਤਨ ਰਾਗੀ ਬੜੇ ਹੋਏ ਨੇ, ਉਹਨਾਂ ਦੀਆਂ ਧੁਨਾਂ ਤੇ ਗਾਓ, ਉਹਨਾਂ ਦੀਆਂ ਰੀਤਾਂ ਪੜੋ, ਆਪ ਬਣਾਓ। ਆਪ ਬਣਾਉਣ ਤੋਂ ਕੋਈ ਪਾਬੰਦੀ ਨਹੀਂ। ਸਤਿਗੁਰੂ ਮਿਹਰ ਕਰਨ। ਇੱਥੇ ਆ ਕੇ ਗੱਲਾਂ ਕਰਨ ਨੂੰ ਜੀ ਕਰਦਾ, ਕਿਉਂਕਿ ਇੱਥੇ ਸੋਚ ਹੈ ਨਾ, ਸੋਚ ਦੀ ਸਾਂਝ ਹੈ, ਇੱਥੇ ਵਿਚਾਰ ਦੀ ਸਾਂਝ ਹੈ। ਆਓ, ਕੀਰਤਨ ਦੀ ਸਮਾਪਤੀ ਦਾ ਸਮਾਂ ਹੋ ਗਿਆ, 1 ਮਿੰਟ ਹੋਰ ਰਹਿ ਗਿਆ। 1 ਮਿੰਟ ਵਿੱਚ ਹੀ ਆਪਾਂ, ਕਿਉਂਕਿ ਬਸੰਤ ਦਾ ਸ਼ਬਦ ਪੜ੍ਹਿਆ, ਬਸੰਤ ਦੀ ਵਾਰ ਦੀ ਪਹਿਲੀ ਪੌੜੀ ਲਗਾ ਕੇ ਸਮਾਪਤੀ ਕਰਾਂਗੇ। ਇਹ ਉਹ ਧੁਨ ਹੈ ਜੋ ਗੁਰੂ ਮਹਾਰਾਜ ਦੇ ਵੇਲੇ ਗਾਈ ਜਾਂਦੀ ਸੀ, ਤੇ ਇਹਦਾ ਮੁਕਾ ਵੀ ਜਿਹੜਾ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਕਰਕੇ ਨਹੀਂ ਹੁੰਦਾ। ਇਹ ਉਸ ਵਕਤ, ਕਿਉਂਕਿ ਗੁਰੂ ਮਹਾਰਾਜ ਦੇ ਵੇਲੇ, ਗੁਰੂ ਅਰਜਨ ਸਾਹਿਬ ਦੇ ਵੇਲੇ ਫਤਿਹ ਹਲੇ ਸਿੱਖਾਂ 'ਚ ਨਹੀਂ ਸੀ ਆਈ। ਉਸ ਵਕਤ ਤੇਰਾ ਨਾਮ ਸਤ ਹੈ, ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ ਕਰਕੇ ਇਹਦਾ ਮੁਕਾ ਹੁੰਦਾ ਸੀ। ਆਓ, ਇਹ ਬਸੰਤ ਦਾ ਜੋ ਰੂਪ ਹੈ ਇਹ ਵੀ ਉਸ ਵਕਤ ਦਾ ਹੈ। ਅੱਜ ਕੱਲ੍ਹ ਅਪਰਚਲਿਤ ਹੈ, ਅੱਜ ਕੱਲ੍ਹ ਪੂਰਬੀ ਥਾਟ ਵਿੱਚ ਬਸੰਤ ਜ਼ਿਆਦਾਤਰ ਗਾਣ ਨੂੰ ਸੁਣਨ ਨੂੰ ਮਿਲਦਾ ਹੈ, ਪਰ ਇਹ ਕਲਿਆਣ ਥਾਟ ਦਾ ਜੋ ਬਸੰਤ ਹੈ, ਬਿਲਾਵਲ ਥਾਟ ਦਾ ਜੋ ਬਸੰਤ ਹੈ, ਇਹ ਗੁਰੂ ਘਰ ਦੇ ਬਸੰਤ ਨੇ। ਆਓ ਇਸ ਬਸੰਤ ਵਿੱਚ ਇਹ ਪੌੜੀ ਦੇ ਦਰਸ਼ਨ ਕਰੀਏ ਜੀ। ਤੇਰਾ ਕੀਦਾ ਜਦੋਂ ਨਹੀਂ ਮੈਨੂੰ ਜੋਗ ਕੀ ਤੋਈ, ਮੈਨੇ ਗੁਣਿਆਰੇ ਕੋ ਗੁਣ ਨਹੀਂ ਆਪੇ ਦਰਸ ਪਈ ਹੋਈ। ਤਰਸ ਪਿਆ ਮੇਰਾ ਮਤ ਹੋਈ, ਤਰਸ ਪਿਆ, ਤਰਸ ਪਿਆ, ਤਰਸ ਪਿਆ, ਤਰਸ ਪਿਆ ਮੇਰਾ ਮਤ ਹੋਈ। ਸਤਿਗੁਰੂ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ। ਤਨ ਮਨ ਥੀਵੇ ਹਰਿਆ, ਤਨ ਮਨ ਥੀਵੇ ਹਰਿਆ, ਵੱਡਿਓ ਵੱਡਾ ਭਾਈ ਹਰ ਕਾ ਨਾਮ ਧਿਆਏ ਕੇ ਪਿਆਰਿਆ ਹੋ ਹਰਿਆ ਭਾਈ। ਕਰਮ ਲਖਨ ਤੇ ਪਾਈਏ ਪਿਆਰਿਆ, ਇਹ ਰੂਪ ਸੁਹਾਈ ਵੰਡਨ ਦੇ ਪਣ ਮੌਲਿਆ ਪਿਆਰਿਆ। ਅੰਮ੍ਰਿਤ ਪਲ ਪਾਈ ਮਿਲ ਸਾਧੂ ਸੰਗੋਪ ਜੇ ਨਦੀ ਸਭ ਜਾਈ ਜੀ। ਏਕ ਨਾਮ ਫਿਰ ਪੌਣਾ ਧਾਈ ਜੀ, ਤੇਰਾ ਨਾਮ ਸਤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਕਰਮ ਲਖਨ ਤੇ ਪਾਈਐ ਇਹ ਰੁਤ ਸੁਭਾਈ। ਵਣ ਤ੍ਰਿਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਈ। ਮਿਲ ਸਾਧੂ ਸੁਖ ਉਪਜੇ ਲੱਥੀ ਸਭ ਛਾਈ। ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਤਾਈ, ਫਿਰ ਬਹੁੜ ਨ ਤਾਈ, ਫਿਰ ਬਹੁੜ ਨਾ ਮਾਤਾ ਧਰਤ ਮਹਤ। ਦਿਵਸ ਰਾਤ ਤੋਇ ਦਾਈ ਦਾਇਆ, ਖਿਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣਾ ਜੀ। ਬਹੁਤ ਹੀ ਸ਼ੁਕਰਗੁਜ਼ਾਰ ਹਾਂ ਸੱਚੇ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਜਿਨ੍ਹਾਂ ਨੇ ਤਰਸ ਖਾ ਕੇ, ਕਿਰਪਾ ਕਰਕੇ, ਮਿਹਰ ਕਰਕੇ ਇਹ ਸੋਹਣਾ ਸਮਾਂ, ਇਹ ਸਫਲ ਘੜੀਆਂ ਸਾਡੀ ਝੋਲੀ 'ਚ ਪਾਈਆਂ ਨੇ। ਸ਼ੁਕਰਗੁਜ਼ਾਰ ਹਾਂ ਸਮੂਹ ਗੁਰੂ ਕੀ ਸੰਗਤ ਦੇ, ਧੰਨਵਾਦੀ ਹਾਂ ਇਸ ਸਥਾਨ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਦੇ, ਜਿਨ੍ਹਾਂ ਨੇ ਬਹੁਤ ਹੀ ਪਿਆਰ ਤੇ ਬਹੁਤ ਹੀ ਸਤਿਕਾਰ ਤੇ ਅਸੀਸਾਂ ਬਖਸ਼ੀਆਂ ਹਨ। ਸਾਡਾ ਤੇ ਪ੍ਰੋਗਰਾਮ ਤਕਰੀਬਨ 50% ਤੋਂ ਚਿੱਤੀ 'ਚ ਪੈ ਗਿਆ ਸੀ ਕਿ, ਲੇਕਿਨ ਫਿਰ ਬਾਬਾ ਜੀ ਦਾ ਹੁਕਮ ਹੋਇਆ ਕਿ ਨਹੀਂ ਆਉਣਾ ਹੀ ਹੈ, ਤੇ ਫਿਰ ਉਹਨਾਂ ਦੇ ਹੁਕਮ ਅੱਗੇ ਫਿਰ 7 ਬਚਨ ਹੈ, ਹੋਰ ਕੋਈ ਅੱਖਰ ਨਹੀਂ। ਸਤਿਗੁਰੂ ਮਿਹਰ ਕਰਨ, ਬਾਬਾ ਜੀ ਨੂੰ ਚੰਗੀ ਸਿਹਤ ਸਤਿਗੁਰੂ ਬਖਸ਼ਣ। ਇਹ ਜੋ ਮਸ਼ਾਲ ਪਕੜੀ ਹੈ ਗੁਰਮਤਿ ਸੰਗੀਤ ਦੀ, ਇਹ ਹੋਰ ਅੱਗੇ ਵਧਣ,
ਹੋਰ ਚੜ੍ਹਦੀ ਕਲਾ ਵਿੱਚ ਗੁਰਮਤਿ ਸੰਗੀਤ ਦੀ, ਗੁਰੂ ਘਰ ਦੀ, ਕੀਰਤਨ ਦੀ ਸੇਵਾ ਕਰ ਸਕਣ। ਇਹ ਸਾਡੀਆਂ ਅਰਦਾਸਾਂ ਹਨ। ਬੇਅੰਤ ਭੁੱਲਾਂ ਬਖਸ਼ਦੇ ਹੋਏ, ਅਸੀਸਾਂ ਬਖਸ਼ਦੇ ਹੋਏ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ ਕੀ ਫਤਿਹ।